ਹੈਲੋ एवरीवन ਵੈਲਕਮ ਟੂ ਕਰੀਅਰ ਕੁਐਸਟ ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਬਹੁਤ ਅੱਛੇ ਤਰੀਕੇ ਦੇ ਨਾਲ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ। ਸੋ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਮਾਡਰਨ ਹਿਸਟਰੀ ਨੂੰ ਕੰਪਲੀਟ ਕਰਨ ਦੇ ਲਈ ਇੱਕ ਸੀਰੀਜ਼ ਨੂੰ ਸਟਾਰਟ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਤੁਹਾਨੂੰ ਪੰਜਾਬੀ ਗ੍ਰਾਮਰ ਨੂੰ ਪੂਰੀ ਨੂੰ ਕੰਪਲੀਟ ਕਰਨ ਦੇ ਲਈ ਹਰ ਇੱਕ ਟੌਪਿਕ ਨੂੰ ਵੀ ਡਿਟੇਲ ਕੰਪਲੀਟ ਕੀਤਾ ਹੈ ਤੇ ਜਿੰਨੇ ਵੀ ਪ੍ਰੀਵੀਅਸ ਈਅਰ ਕੁਐਸਚਨਸ ਉਹਦੇ ਵਿੱਚ ਪੁੱਛੇ ਗਏ ਨੇ ਉਹ ਵੀ ਤੁਹਾਨੂੰ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਐਗਜ਼ਾਮੀਨਰ ਨੇ ਹਰ ਟੌਪਿਕ ਦੇ ਵਿੱਚੋਂ ਕੁਐਸਚਨ ਚੱਕੇ ਨੇ। ਸੋ ਉਸ ਵੀਡੀਓਜ਼ ਨੂੰ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਪਲੇਲਿਸਟ ਦੇ ਵਿੱਚ ਜਾ ਕੇ ਤੁਹਾਨੂੰ ਪੂਰੀ ਗ੍ਰਾਮਰ ਦੀ ਵੀਡੀਓਜ਼ ਮਿਲ ਜਾਣਗੀਆਂ, ਤੁਸੀਂ ਉਹਨਾਂ ਨੂੰ ਜਾ ਕੇ ਵਿਜ਼ਿਟ ਕਰ ਸਕਦੇ ਹੋ ਤੇ ਮਾਡਰਨ ਹਿਸਟਰੀ ਨੂੰ ਕੰਪਲੀਟ ਕਰਨ ਦੇ ਲਈ ਵੀ ਇੱਕ ਆਪਾਂ ਸੀਰੀਜ਼ ਨੂੰ ਸਟਾਰਟ ਕੀਤਾ ਹੋਇਆ। ਸੋ ਆਲਰੇਡੀ ਆਪਾਂ 10 ਤੋਂ 11 ਲੈਕਚਰਸ ਮਾਡਰਨ ਹਿਸਟਰੀ ਦੇ ਕੰਪਲੀਟ ਕਰ ਚੁੱਕੇ ਹਾਂ। ਸੋ ਅੱਜ ਆਪਾਂ ਕਰਨਾ ਹੈ ਐਕਸਟ੍ਰੀਮਿਸਟ ਫੇਸ ਆਫ ਕਾਂਗਰਸ। ਦੈਟ ਮੀਨਸ ਆਪਾਂ ਕਾਂਗਰਸ ਦੇ ਦੇਖੋ ਪਹਿਲਾਂ ਆਪਾਂ ਯੂਰਪੀਅਨ ਇਨਵੈਂਟ ਆਫ ਯੂਰਪੀਅਨ ਪਾਵਰਸ ਇਨ ਇੰਡੀਆ ਦੇਖਿਆ ਸੀ, ਉਹਦੇ ਵਿੱਚ ਹਰ ਇੱਕ ਡਿਟੇਲ ਨੂੰ ਕੰਪਲੀਟ ਕੀਤਾ। ਫਿਰ ਉਸ ਤੋਂ ਬਾਅਦ ਆਪਾਂ ਰਿਵੋਲਟ ਆਫ 1857 ਕੀਤਾ ਤੇ ਹੁਣ ਆਪਾਂ ਉਸ 1857 ਦੇ ਰਿਵੋਲਟ ਤੋਂ ਬਾਅਦ ਵਾਲਾ ਆਫਟਰ 1857 ਵਾਲਾ ਜੋ ਰਿਵੋਲਟ ਤੋਂ ਬਾਅਦ ਜੋ ਪੀਰੀਅਡ ਰਿਹਾ ਏ ਉਸ ਬਾਰੇ ਗੱਲਬਾਤ ਕਰ ਰਹੇ ਹਾਂ। ਸੋ ਉਸ ਦੇ ਵਿੱਚ ਸਭ ਤੋਂ ਪਹਿਲਾਂ ਕਿ ਇੱਕ ਇੰਡੀਅਨ ਨੈਸ਼ਨਲ ਕਾਂਗਰਸ ਨੇ ਬਰਥ ਲਿਆ ਇੰਡੀਆ ਦੇ ਵਿੱਚ 1885 ਦੇ ਵਿੱਚ ਬੰਬੇ ਦੇ ਵਿੱਚ ਪਹਿਲਾ ਸੈਸ਼ਨ ਕੰਡਕਟ ਕਰਵਾਇਆ ਗਿਆ। 72 ਡੈਲੀਗੇਟਸ ਨੇ ਅਟੈਂਡ ਕੀਤਾ, WC ਬੈਨਰਜੀ ਸਨ। ਸੋ ਉਹ ਸੀ 1805 ਤੋਂ ਲੈ ਕੇ 1905 ਵਾਲਾ ਜੋ ਆਪਾਂ ਮੋਡਰੇਟ ਫੇਸ ਆਫ ਕਾਂਗਰਸ ਆਪਾਂ ਕਵਰ ਕਰ ਚੁੱਕੇ ਹਾਂ ਲਾਸਟ ਵੀਡੀਓਜ਼ ਦੇ ਵਿੱਚ ਤੇ ਉਹਦੇ ਪ੍ਰੋਮੀਨੈਂਟ ਲੀਡਰਸ ਬਾਰੇ ਪੜ੍ਹਿਆ ਸੀ ਕਿ ਦਾਦਾ ਭਾਈ ਨੌਰੋਜੀ, ਗੋਪਾਲ ਕ੍ਰਿਸ਼ਨ ਗੋਖਲੇ, WC ਬੈਨਰਜੀ, ਜਾਰਜ ਰੂਲੇ, ਬਦਰੁਦੀਨ ਤਾਇਬ ਜੀ ਵਰਗੇ ਆਪਾਂ ਮੋਡਰੇਟ ਲੀਡਰਸ ਬਾਰੇ ਪੜ੍ਹਿਆ। ਫਿਰ ਕੱਲ ਦੇ ਲੈਕਚਰ ਦੇ ਵਿੱਚ ਆਪਾਂ ਦੇਖਿਆ ਕਿ ਐਕਸਟ੍ਰੀਮਿਸਟ ਕਿ ਕਿਹੜੇ ਕਾਰਨ ਰਹੇ ਸਨ ਕਿ ਮੋਡਰੇਟ ਲੀਡਰ ਸਨ ਜੋ ਉਹਨਾਂ ਦਾ ਜੋ ਇੱਕ ਤਰੀਕੇ ਦਾ ਜੋ ਮੋਡਰੇਟ ਟਾਈਮ ਪੀਰੀਅਡ ਸੀ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਐਸਾ ਕੀ ਹੋਇਆ ਸੀ ਕਿ ਮੋਡਰੇਟਸ ਦਾ ਜੋ ਟਾਈਮ ਪੀਰੀਅਡ ਸੀ ਉਹ ਖਤਮ ਹੋ ਗਿਆ ਸੀ ਤੇ ਉਸ ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਐਕਸਟ੍ਰੀਮਿਸਟ ਨੇ ਬਰਥ ਲੈਣਾ ਸਟਾਰਟ ਕੀਤਾ ਸੀ। ਐਕਚੁਅਲ ਦੇ ਵਿੱਚ ਇਸ ਨੂੰ ਨਰਮ ਦਲ ਤੇ ਗਰਮ ਦਲ ਕਿਹਾ ਜਾਂਦਾ ਹੈ। ਨਰਮ ਦਲ ਦਾ ਮਤਲਬ ਕੀ ਸੀ? ਮੋਡਰੇਟ ਲੀਡਰ। ਮੋਡਰੇਟ ਲੀਡਰਸ ਤੇ ਐਕਸਟ੍ਰੀਮਿਸਟ ਲੀਡਰ ਦੇ ਵਿੱਚ ਡਿਫਰੈਂਸ ਕੀ ਸੀ? ਮੋਡਰੇਟ ਲੀਡਰਸ ਕੀ ਕਹਿੰਦੇ ਸਨ ਕਿ ਸਾਨੂੰ ਕਲੀਨਿਕਲ ਸੈਪਰੇਸ਼ਨ ਨਹੀਂ ਚਾਹੀਦੀ, ਅਸੀਂ ਪੂਰੇ ਤਰੀਕੇ ਦੇ ਨਾਲ ਬ੍ਰਿਟਿਸ਼ਰਸ ਤੋਂ ਅਲੱਗ ਨਹੀਂ ਹੋਣਾ ਚਾਹੁੰਦੇ, ਸਾਨੂੰ ਜਸਟ ਇੱਕ ਲਿਮਟਿਡ ਜੀ ਸੈਲਫ ਗਵਰਨਮੈਂਟ ਚਾਹੀਦੀ ਹੈ। ਤੇ ਉਹ ਆਪਣੀਆਂ ਡਿਮਾਂਡਸ ਨੂੰ ਪੂਰਾ ਕਰਨ ਦੇ ਲਈ ਉਹਨਾਂ ਨੇ ਕਿਹੜੇ ਕਿਹੜੇ ਮੈਥਡਸ ਅਪਣਾਏ ਸੀ ਉਹ ਵੀ ਆਪਾਂ ਲਾਸਟ ਵੀਡੀਓ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਕੱਲ ਦੀ ਵੀਡੀਓ ਦੇ ਵਿੱਚ ਆਪਾਂ ਦੇਖਿਆ ਸੀ ਕਿ ਕਿਉਂਕਿ ਕੁਝ ਰੀਜ਼ਨਸ ਰਹੇ ਸਨ ਮੋਡਰੇਟਸ ਦੇ ਆਪਣੀਆਂ ਡਿਮਾਂਡਸ ਨੂੰ ਮੈਥਡਸ ਨੂੰ ਪੂਰਾ ਕਰਵਾਉਣ ਦੇ ਵਿੱਚ, ਜਿਨ੍ਹਾਂ ਕਰਕੇ ਉਹਨਾਂ ਦੀ ਇੰਡੀਅਨਸ ਦੇ ਦਿਲਾਂ ਵਿੱਚੋਂ ਮੋਡਰੇਟਸ ਦੀ ਜੋ ਰਿਸਪੈਕਟ ਕਹਿ ਲਓ ਜਾਂ ਫਿਰ ਇਹ ਕਹਿ ਲਓ ਕਿ ਉਹਨਾਂ ਦੇ ਉੱਤੇ ਜੋ ਯਕੀਨ ਸੀ ਉਹ ਖਤਮ ਹੋ ਗਿਆ ਸੀ, ਜਿਸ ਕਰਕੇ ਹੁਣ ਇੰਡੀਆ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਐਕਸਟ੍ਰੀਮਿਸਟ ਸੋਚ ਨੇ ਬਰਥ ਲੈਣਾ ਸਟਾਰਟ ਕੀਤਾ ਸੀ। ਗਰਮ ਦਲ ਨੇ ਆਪਣਾ ਪ੍ਰਵੇਸ਼ ਕੀਤਾ ਸੀ ਕਿਹਦੇ ਵਿੱਚ? ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ। ਜਿਵੇਂ ਆਪਾਂ ਲਾਸਟ ਲੈਕਚਰ ਦੇ ਵਿੱਚ ਐਕਸਟ੍ਰੀਮਿਸਟ ਲੀਡਰ ਬਾਰੇ ਦੇਖਿਆ ਸੀ ਕਿ ਲਾਲਾ ਲਾਜਪਤ ਰਾਏ, ਬਾਲ ਗੰਗਾਧਰ ਤਿਲਕ, ਅਰਬਿੰਦੋ ਘੋਸ਼ ਵਰਗੇ ਜੋ ਵਿਪਿਨ ਚੰਦਰਾ ਪਾਲ ਵਰਗੇ ਸਾਡੇ ਐਕਸਟ੍ਰੀਮਿਸਟ ਲੀਡਰ ਸੀ ਹੁਣ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਉਹਨਾਂ ਨੇ ਆਉਣਾ ਸਟਾਰਟ ਕੀਤਾ ਸੀ, ਜਿਹਦੇ ਕਰਕੇ 1905 ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਦਾ ਕੀ ਹੋ ਗਿਆ ਸੀ? ਐਕਸਟ੍ਰੀਮਿਸਟ ਦਾ ਆਗਾਜ਼ ਹੋਣਾ ਸਟਾਰਟ ਹੋ ਗਿਆ ਸੀ, ਐਕਸਟ੍ਰੀਮਿਸਟ ਲੀਡਰ ਦਾ। ਹੁਣ ਆਪਾਂ ਦੇਖਾਂਗੇ ਕਿ ਐਕਸਟ੍ਰੀਮਿਸਟ ਜੋ ਫੇਸ ਰਿਹਾ ਹੈ ਉਹ ਟਾਈਮ ਪੀਰੀਅਡ ਰਿਹਾ ਹੈ, ਉਹਨਾਂ ਦੀ ਆਈਡੀਓਲੋਜੀ ਐਕਸਟ੍ਰੀਮਿਸਟ ਦੀ ਕੀ ਸੀ ਗਰਮ ਦਲ ਦੀ, ਜਾਂ ਉਹਨਾਂ ਨੇ ਕਿਹੜੇ ਕਿਹੜੇ ਮੈਥਡ ਅਪਣਾਏ ਸਨ, ਉਹਨਾਂ ਦੀਆਂ ਡਿਮਾਂਡਸ ਕੀ ਸੀ, ਉਹਨਾਂ ਦੇ ਆਬਜੈਕਟਿਵ ਕੀ ਸੀ, ਉਹਨਾਂ ਨੂੰ ਪੂਰੇ ਡਿਟੇਲ ਦੇ ਵਿੱਚ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਐਕਸਟ੍ਰੀਮਿਸਟ ਲੀਡਰਸ ਦੀ ਆਈਡੀਓਲੋਜੀ ਦੇਖਦੇ ਹਾਂ ਕਿ ਉਹਨਾਂ ਦੀ ਆਈਡੀਓਲੋਜੀ ਕੀ ਸੀ ਐਕਸਟ੍ਰੀਮਿਸਟ ਲੀਡਰ ਦੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ। ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੋ ਐਕਸਟ੍ਰੀਮਿਸਟ ਲੀਡਰ ਸਨ ਉਹਨਾਂ ਦੀ ਡਿਮਾਂਡ ਸਨ, ਜੋ ਉਹਨਾਂ ਦੀਆਂ ਮੰਗਾਂ ਸਨ ਉਹ ਬਹੁਤ ਜ਼ਿਆਦਾ ਕੀ ਸਨ? ਅਗਰੈਸਿਵ ਸਨ। ਉਹਨਾਂ ਦੀਆਂ ਡਿਮਾਂਡਸ ਕੀ ਸਨ? ਐਗਰੈਸਿਵ ਸਨ। ਆਪਾਂ ਪਿੱਛੇ ਪੜ੍ਹਿਆ ਸੀ ਮੋਡਰੇਟ ਲੀਡਰ ਬਾਰੇ, ਨਰਮ ਦਲ ਬਾਰੇ, ਕਿ ਉਹਨਾਂ ਦੀਆਂ ਡਿਮਾਂਡਸ ਬਹੁਤ ਜ਼ਿਆਦਾ ਫੇਥ ਰੱਖਣ ਵਾਲੀਆਂ ਸਨ ਬ੍ਰਿਟਿਸ਼ਰਸ ਦੇ ਵਿੱਚ ਤੇ ਉਹ ਇੱਕ ਸ਼ਾਂਤੀਪੂਰਵਕ ਆਪਣੀਆਂ ਡਿਮਾਂਡਸ ਨੂੰ ਪੂਰਾ ਕਰਵਾਉਣਾ ਚਾਹੁੰਦੇ ਸਨ। ਔਨ ਦਾ ਅਦਰ ਹੈਂਡ ਅਗਰ ਗੱਲ ਕੀਤੀ ਜਾਵੇ ਐਕਸਟ੍ਰੀਮਿਸਟ ਲੀਡਰ ਦੀ ਤਾਂ ਉਹਨਾਂ ਦੀਆਂ ਡਿਮਾਂਡਸ ਬਹੁਤ ਜ਼ਿਆਦਾ ਅਗਰੈਸਿਵ ਸਨ। ਤੇ ਇਸ ਤੋਂ ਇਲਾਵਾ
ਉਹ ਕਿਸ ਚੀਜ਼ ਦੇ ਵਿੱਚ ਬਿਲੀਵ ਕਰਦੇ ਸਨ? ਉਹ ਚਾਹੁੰਦੇ ਸਨ ਕਿ ਇੰਡੀਅਨਸ ਦੇ ਅੰਦਰ ਸੈਲਫ ਰਿਲਾਇੰਸ, ਕਹਿਣ ਦਾ ਭਾਵ ਆਤਮ ਵਿਸ਼ਵਾਸ ਨੂੰ ਜਗਾਇਆ ਜਾਵੇ। ਉਹ ਸੋਚਦੇ ਸਨ ਕਿ ਜੋ ਇੰਡੀਅਨਸ ਨੇ, ਜੋ ਭਾਰਤੀ ਨੇ, ਉਹਨਾਂ ਨੇ ਆਪਣਾ ਆਤਮ ਵਿਸ਼ਵਾਸ ਬਿਲਕੁਲ ਖੋ ਦਿੱਤਾ ਹੈ, ਜਿਹਦੇ ਕਰਕੇ ਉਹ ਬ੍ਰਿਟਿਸ਼ਰਸ ਦੇ ਅਗੇਂਸਟ ਖੜੇ ਨਹੀਂ ਹੋ ਪਾ ਰਹੇ। ਜਿਹਦੇ ਕਰਕੇ ਉਹ ਚਾਹੁੰਦੇ ਸਨ ਕਿ ਇੰਡੀਅਨਸ ਦੇ ਅੰਦਰ ਉਹਨਾਂ ਦੇ ਆਤਮ ਵਿਸ਼ਵਾਸ ਨੂੰ ਜਗਾਇਆ ਜਾ ਸਕੇ ਤੇ ਉਹਨਾਂ ਦੇ ਆਤਮ ਵਿਸ਼ਵਾਸ ਨੂੰ ਹੀ ਇੱਕ ਹਥਿਆਰ ਦੇ ਦੌਰ ਦੇ ਉੱਤੇ ਚਲਾਇਆ ਜਾ ਸਕੇ। ਇਸ ਲਈ ਉਹਨਾਂ ਨੇ ਇੰਡੀਅਨਸ ਨੂੰ ਇਸ ਚੀਜ਼ ਲਈ ਉਤਸ਼ਾਹਿਤ ਕੀਤਾ ਕਿ ਤੁਸੀਂ ਆਪਣੇ ਇੰਡੀਆ ਦੇ ਪੁਰਾਣੇ ਕਲਚਰ, ਪੁਰਾਣੇ ਲੋਕਾਂ ਤੋਂ, ਜੋ ਕਿ ਜਿਨ੍ਹਾਂ ਨੇ ਸਾਡੇ ਦੇਸ਼ ਦੇ ਲਈ ਜਾਨਾਂ ਪਹਿਲਾਂ ਤੋਂ ਕੁਰਬਾਨ ਕਰਦੇ ਆਏ ਨੇ ਭਾਰਤੀ, ਉਹਨਾਂ ਤੋਂ ਕੁਛ ਇੰਸਪੀਰੇਸ਼ਨ ਲਈ ਜਾਵੇ ਕਿ ਸਾਡਾ ਜੋ ਸਾਡਾ ਪਾਸਟ ਰਿਹਾ ਉਹ ਕਿੰਨਾ ਜ਼ਿਆਦਾ ਇੰਸਪੀਰੇਸ਼ਨ ਵਾਲਾ ਰਿਹਾ, ਤਾਂ ਜੋ ਇੰਡੀਅਨਸ ਆਪਣੇ ਅੰਦਰ ਕੀ ਕਰ ਸਕਣ, ਆਪਣੇ ਅੰਦਰ ਆਤਮ ਵਿਸ਼ਵਾਸ ਦੀ ਭਾਵਨਾ ਨੂੰ ਜਗਾ ਸਕਣ। ਇਸ ਤੋਂ ਇਲਾਵਾ ਕਹਿੰਦੇ they wanted to inculcate pride in Indians' glorious culture to generate the spirit of the nationalism। ਇਸ ਤੋਂ ਇਲਾਵਾ ਉਹਨਾਂ ਨੇ ਆਤਮ ਵਿਸ਼ਵਾਸ ਨੂੰ ਜਗਾਉਣ ਦੇ ਨਾਲ ਨਾਲ ਇੰਡੀਅਨਸ ਦੇ ਅੰਦਰ ਰਾਸ਼ਟਰ ਦੀ ਭਾਵਨਾ ਨੂੰ ਵੀ ਉਜਾਗਰ ਕਰਨ ਦੀ, ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਹੁਣ ਇੰਡੀਅਨਸ ਦੇ ਅੰਦਰ ਜੋ ਸੈਲਫ ਰਿਲਾਇੰਸ, ਆਤਮ ਵਿਸ਼ਵਾਸ ਜਾਂ ਆਤਮ ਨਿਰਭਰਤਾ ਕਿਸ ਤਰੀਕੇ ਦੇ ਨਾਲ ਪੈਦਾ ਕੀਤੀ ਜਾ ਸਕਦੀ ਸੀ, ਉਹਨਾਂ ਨੇ ਉਹਦੇ ਲਈ 4 ਕੀ ਕੀਤੇ ਪ੍ਰਿੰਸੀਪਲਸ ਨੂੰ ਅਪਣਾਇਆ ਐਕਸਟ੍ਰੀਮਿਸਟ ਨੇ। ਸਵਰਾਜ, ਸਵਦੇਸ਼ੀ ਤੇ ਬਾਈਕਾਟ। ਸਵਰਾਜ ਦੀ ਮੰਗ ਉਹਨਾਂ ਨੇ, ਐਕਸਟ੍ਰੀਮਿਸਟ ਨੇ ਜੋ ਮੰਗ ਕੀਤੀ ਸੀ ਉਹ ਸਵਰਾਜ ਦੀ ਹੀ ਕੀਤੀ ਸੀ ਕਿ ਸਾਨੂੰ ਸੁਤੰਤਰਤਾ ਚਾਹੀਦੀ ਹੈ, ਕੰਪਲੀਟ ਇੰਡੀਪੈਂਡੈਂਸ ਚਾਹੀਦੀ ਹੈ ਬ੍ਰਿਟਿਸ਼ ਸਰਕਾਰ ਤੋਂ, ਸਾਨੂੰ ਸਿਰਫ ਲਿਮਟਿਡ ਗਵਰਨਮੈਂਟ ਨਹੀਂ ਚਾਹੀਦੀ, ਸਾਨੂੰ ਸਵਰਾਜ ਚਾਹੀਦਾ ਹੈ। ਦੈਟ ਮੀਨਸ ਸਾਨੂੰ ਕੰਪਲੀਟ ਇੰਡੀਪੈਂਡੈਂਸ ਚਾਹੀਦੀ ਹੈ ਇਸ ਗੋਰਿਆਂ ਦੇ ਰਾਜ ਤੋਂ। ਇਸ ਤੋਂ ਇਲਾਵਾ ਉਹਨਾਂ ਨੇ ਸਵਦੇਸ਼ੀ, ਸੈਕਿੰਡ ਪ੍ਰਿੰਸੀਪਲ ਉਹਨਾਂ ਦਾ ਰਿਹਾ ਸਵਦੇਸ਼ੀ, ਤਾਂ ਜੋ ਇੰਡੀਅਨਸ ਦੇ ਅੰਦਰ ਸੈਲਫ ਰਿਲਾਇੰਸ ਪੈਦਾ ਕੀਤਾ ਜਾ ਸਕੇ, ਇਨਕਲਕੇਟ ਕੀਤਾ ਜਾ ਸਕੇ। ਸੈਲਫ ਰਿਲਾਇੰਸ ਮਤਲਬ ਆਤਮ ਵਿਸ਼ਵਾਸ। ਸਵਦੇਸ਼ੀ ਕਿਸ ਤਰੀਕੇ ਦੇ ਨਾਲ ਕਿ ਤੁਸੀਂ ਆਪਣੇ ਕੰਟਰੀ ਦੇ ਵਿੱਚ ਬਣਾਈਆਂ ਚੀਜ਼ਾਂ ਦੀ ਵਰਤੋਂ ਕਰੋ, ਜਿਵੇਂ ਐਜੂਕੇਸ਼ਨ ਹੋ ਗਿਆ, ਜਾਂ ਫਿਰ ਕੱਪੜੇ ਆਪਣੀ ਕੰਟਰੀ ਦੇ ਬਣਾਏ ਪਹਿਨੋ, ਮਤਲਬ ਆਪਣੇ ਤੇ ਨਿਰਭਰ ਹੋਵੋ। ਜੇ ਬੰਦਾ ਆਤਮ ਨਿਰਭਰ ਹੋਏਗਾ ਤਾਂ ਹੀ ਉਹਦੇ ਅੰਦਰ ਆਤਮ ਵਿਸ਼ਵਾਸ ਪੈਦਾ ਹੋ ਸਕੇਗਾ ਕਿ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈ, ਮੈਂ ਆਪਣੇ ਆਪ ਲਈ ਪੂਰਾ ਵਾਂ। ਠੀਕ ਹੈ, ਸਵਦੇਸ਼ੀ ਸੈਕਿੰਡ ਪ੍ਰਿੰਸੀਪਲ ਰਿਹਾ। ਤੇ ਥਰਡ ਪ੍ਰਿੰਸੀਪਲ ਰਿਹਾ ਉਹਨਾਂ ਦਾ ਬਾਈਕਾਟ। ਕਹਿੰਦੇ ਬਾਈਕਾਟ ਆਫ ਫੋਰਨ ਗੁੱਡਸ, ਨੈਸ਼ਨਲ ਐਜੂਕੇਸ਼ਨ ਟੂ ਮੇਕ ਇੰਡੀਅਨ ਸੈਲਫ ਅਵੇਅਰ ਆਫ ਦ ਨੈਸ਼ਨਲ ਆਇਡੈਂਟੀਟੀ। ਤੀਸਰਾ ਉਹਨਾਂ ਦਾ ਪ੍ਰਿੰਸੀਪਲ ਰਿਹਾ ਬਾਈਕਾਟ, ਕਿ ਤੁਸੀਂ ਬਾਈਕਾਟ ਕਰੋ। ਅਗਰ ਤੁਸੀਂ ਬਾਹਰਲੇ ਲੋਕਾਂ ਦਾ, ਬ੍ਰਿਟਿਸ਼ਰਸ ਦੀਆਂ ਚੀਜ਼ਾਂ ਦਾ ਬਾਈਕਾਟ ਕਰੋਗੇ ਤਾਂ ਹੀ ਤਾਂ ਆਪਣੀਆਂ ਚੀਜ਼ਾਂ ਨੂੰ ਵਰਤੋਗੇ। ਜੇ ਆਪਣੀਆਂ ਚੀਜ਼ਾਂ ਨੂੰ ਵਰਤੋਗੇ ਤਾਂ ਹੀ ਤੁਹਾਡੇ ਅੰਦਰ ਕੀ ਆ ਸਕੇਗਾ, ਸੈਲਫ ਇੰਡੀਪੈਂਡੈਂਸ ਜਾਂ ਸੈਲਫ ਰਿਲਾਇੰਸ ਪੈਦਾ ਹੋਏਗੀ। ਇਹ ਸਨ ਉਹਨਾਂ ਦੀ ਆਈਡੀਓਲੋਜੀਜ਼। ਇਨ ਸ਼ਾਰਟ ਆਪਾਂ ਕਹਿ ਸਕਦੇ ਹਾਂ ਕਿ ਬ੍ਰਿਟਿਸ਼ ਸਰਕਾਰ, ਐਕਸਟ੍ਰੀਮਿਸਟ ਲੀਡਰ ਦੀ ਆਈਡੀਓਲੋਜੀ ਕੀ ਸੀ ਕਿ ਸਾਨੂੰ ਸਵਰਾਜ ਚਾਹੀਦਾ, ਕੰਪਲੀਟ ਇੰਡੀਪੈਂਡੈਂਸ ਚਾਹੀਦੀ ਹੈ, ਤੇ ਇੰਡੀਅਨਸ ਦੇ ਅੰਦਰ ਕੀ ਹੈ, ਇੱਕ ਰਾਸ਼ਟਰ ਦੀ ਭਾਵਨਾ ਤੇ ਉਹਨਾਂ ਦੇ ਅੰਦਰ ਆਤਮ ਵਿਸ਼ਵਾਸ ਦੀ ਭਾਵਨਾ ਨੂੰ ਪੈਦਾ ਕਰ ਸਕਣ। ਇਸ ਤੋਂ ਇਲਾਵਾ ਉਹਨਾਂ ਦੇ ਆਬਜੈਕਟਿਵ ਕੀ ਸਨ, ਉਹਨਾਂ ਦੇ ਉਪਦੇਸ਼ ਕੀ ਸਨ, ਉਹੀ ਸੇਮ ਹੀ ਉਪਦੇਸ਼ ਹੋ ਜਾਂਦੇ ਨੇ। ਕਹਿੰਦੇ the extremists demanded ਸਵਰਾਜ ਔਰ ਕੰਪਲੀਟ ਇੰਡੀਪੈਂਡੈਂਸ ਫਰਮ ਬ੍ਰਿਟਿਸ਼ ਰੂਲ। ਕਹਿੰਦੇ ਉਹ ਕੀ ਚਾਹੁੰਦੇ ਸਨ, ਉਹਨਾਂ ਦਾ ਪਹਿਲਾ ਆਬਜੈਕਟਿਵ, ਉਹਨਾਂ ਦਾ ਪਹਿਲਾ ਉਦੇਸ਼ ਕੀ ਸੀ ਕਿ ਬ੍ਰਿਟਿਸ਼ ਸਰਕਾਰ ਤੋਂ ਪੂਰੇ ਤਰੀਕੇ ਦੇ ਨਾਲ ਸਾਨੂੰ ਸੁਤੰਤਰਤਾ ਚਾਹੀਦੀ ਹੈ, ਸਾਨੂੰ ਸਵਰਾਜ ਚਾਹੀਦਾ, ਜਾਂ ਸਾਨੂੰ ਫਿਰ ਕੰਪਲੀਟ ਇੰਡੀਪੈਂਡੈਂਸ ਚਾਹੀਦੀ ਹੈ। ਇਸ ਤੋਂ ਇਲਾਵਾ ਉਹਨਾਂ ਦਾ ਦੂਸਰਾ ਉਦੇਸ਼ ਸੀ ਕਿ ਇੰਡੀਅਨਸ ਦੇ ਅੰਦਰ ਉਹਨਾਂ ਦਾ ਆਤਮ ਵਿਸ਼ਵਾਸ ਪੈਦਾ ਕੀਤਾ ਜਾ ਸਕੇ ਤੇ ਉਹਨਾਂ ਨੂੰ ਇਸ ਚੀਜ਼ ਲਈ ਪ੍ਰੇਰਿਤ ਕੀਤਾ ਜਾ ਸਕੇ ਕਿ ਤੁਸੀਂ ਇੰਡੀਆ ਦੀਆਂ ਹੀ ਬਣਾਈਆਂ ਚੀਜ਼ਾਂ ਦੀ ਵਰਤੋਂ ਕਰੋ, ਇੰਡੀਆ ਦੀ ਐਜੂਕੇਸ਼ਨ ਨੂੰ, ਇੰਡੀਆ ਵੱਲੋਂ ਬਣਾਏ ਸਕੂਲਾਂ ਨੂੰ ਯੂਜ਼ ਕਰੋ। ਠੀਕ ਹੈ, ਸੋ ਡਿਵੈਲਪਿੰਗ ਸਵਦੇਸ਼ੀ ਇੰਡਸਟਰੀਜ਼, ਸਕੂਲਸ ਐਂਡ ਐਜੂਕੇਸ਼ਨਲ ਇੰਸਟੀਟਿਊਸ਼ਨ। ਇਸ ਤੋਂ ਇਲਾਵਾ ਉਹਨਾਂ ਨੇ ਇਸ ਮੂਵਮੈਂਟ ਨੂੰ, ਦੇਖੋ ਲਾਸਟ ਲੈਕਚਰ ਦੇ ਵਿੱਚ ਅਗਰ ਤੁਸੀਂ ਮੇਰਾ ਲੈਕਚਰ ਸੁਣਿਆ ਹੋਵੇ ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੋਡਰੇਟ ਲੀਡਰਸ ਦੇ ਫੇਲ ਹੋਣ ਦਾ ਕਾਰਨ ਕੀ ਸੀ ਕਿ ਉਸ ਸਮੇਂ ਜਿਹੜੀ ਪਾਵਰ ਸੀ ਇੰਡੀਅਨ ਨੈਸ਼ਨਲ ਕਾਂਗਰਸ ਦੀ, ਉਹ ਲਿਮਟਿਡ ਜਿਹੇ ਲੋਕਾਂ ਦੇ ਹੱਥਾਂ ਵਿੱਚ ਸੀ, ਥੋੜੇ ਮੋਟੇ ਪੜ੍ਹੇ ਲਿਖੇ ਲੋਕਾਂ ਦੇ ਵਿੱਚ।
ਬਟ ਔਨ ਦਾ ਅਦਰ ਹੈਂਡ ਅਗਰ ਅਸੀਂ ਐਕਸਟ੍ਰੀਮਿਸਟ ਟਾਈਮ ਪੀਰੀਅਡ ਦੀ ਗੱਲ ਕਰੀਏ ਤਾਂ ਉਹਨਾਂ ਨੇ ਇਹ ਪਾਵਰ ਆਮ ਲੋਕਾਂ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਜੋ ਇਸ ਮੂਵਮੈਂਟ ਨੂੰ ਇੱਕ ਮਾਸ ਮੂਵਮੈਂਟ ਬਣਾਇਆ ਜਾ ਸਕੇ, ਤਾਂ ਜੋ ਇੰਡੀਆ ਦੇ ਹਰ ਇੱਕ ਵਰਗ ਦਾ, ਹਰ ਇੱਕ ਤਰ੍ਹਾਂ ਦਾ ਬੰਦਾ ਇੰਡੀਆ ਦੀ ਆਜ਼ਾਦੀ ਦੇ ਲਈ ਕੀ ਕਰ ਸਕੇ, ਪਾਰਟਿਸਿਪੇਟ ਕਰ ਸਕੇ। ਇਸ ਤੋਂ ਇਲਾਵਾ ਹੁਣ ਇਹਨਾਂ ਨੇ ਆਪਣੀਆਂ ਆਬਜੈਕਟਿਵਸ ਨੂੰ ਪੂਰਾ ਕਰਨ ਦੇ ਲਈ, ਆਪਣੀਆਂ ਡਿਮਾਂਡਸ ਨੂੰ, ਮੰਗਾਂ ਨੂੰ ਪੂਰਾ ਕਰਨ ਦੇ ਲਈ ਕਿਹੜੇ ਹੱਥਕੰਡੇ ਅਪਣਾਏ ਸਨ, ਕਿਹੜੇ ਮੈਥਡਸ ਅਪਣਾਏ ਸਨ। ਜਿਵੇਂ ਆਪਾਂ ਦੇਖਿਆ ਸੀ ਕਿ ਮੋਡਰੇਟਸ ਨੇ ਕਿਹੜਾ ਮੈਥਡ ਅਪਣਾਇਆ ਸੀ ਕਿ ਪ੍ਰੇ ਕਰੋ, ਪਟੀਸ਼ਨ ਕਰੋ ਜਾਂ ਫਿਰ ਪ੍ਰੋਟੈਸਟ ਕਰੋ। ਔਨ ਦਾ ਅਦਰ ਹੈਂਡ ਅਗਰ ਆਪਾਂ ਇਹਨਾਂ ਦੀ ਗੱਲ ਕਰੀਏ ਤਾਂ ਇਹਨਾਂ ਨੇ ਆਪਣੇ ਅਲੱਗ ਤਰੀਕੇ ਦੇ ਮੈਥਡਸ ਅਪਣਾਏ ਸੀ ਆਪਣੀਆਂ ਡਿਮਾਂਡਸ ਨੂੰ ਕੰਪਲੀਟ ਕਰਨ ਲਈ। ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਗੋਲ ਕਲੀਅਰ ਸੀ ਕਿ ਸਾਨੂੰ ਕੀ ਚਾਹੀਦਾ, ਸਾਨੂੰ ਸਵਰਾਜ ਚਾਹੀਦਾ, ਸਾਨੂੰ ਪੂਰੇ ਤਰੀਕੇ ਦੇ ਨਾਲ ਸੁਤੰਤਰਤਾ ਚਾਹੀਦੀ ਹੈ। And this at the time either means complete autonomy and freedom from British control or a total Indian control over the administration। ਕਹਿੰਦੇ ਜਾਂ ਤਾਂ ਸਾਨੂੰ ਪੂਰੇ ਤਰੀਕੇ ਦੇ ਨਾਲ ਇੰਡੀਪੈਂਡੈਂਸ ਦੇ ਦਿਓ, ਸਾਨੂੰ ਆਜ਼ਾਦੀ ਦੇ ਦਿਓ, ਜਾਂ ਫਿਰ ਇੰਡੀਆ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਦੇ ਵਿੱਚ ਪੂਰੇ ਦੇ ਪੂਰੇ ਸਾਰੇ ਭਰਤੀ ਕਰ ਦਿਓ ਇੰਡੀਅਨਸ ਹੀ। ਇਸ ਤੋਂ ਇਲਾਵਾ ਕਹਿੰਦੇ ਜਿਹੜੇ ਐਕਸਟ੍ਰੀਮਿਸਟ ਲੀਡਰ ਸਨ ਇਨਵੋਲਵਡ ਵਾਈਡਰ ਸੈਕਸ਼ਨ ਆਫ ਪੀਪਲ ਇਨ ਦਾ ਮੂਵਮੈਂਟ, ਦੇ ਇਨਵੋਲਵਡ ਲੋਅਰ ਮਿਡਲ ਕਲਾਸ ਪੀਪਲ। ਕਹਿੰਦੇ ਹੁਣ ਇਹਨਾਂ ਨੇ ਐਕਸਟ੍ਰੀਮਿਸਟ ਲੀਡਰ ਨੇ ਇਸ ਮੂਵਮੈਂਟ ਦੇ ਵਿੱਚ, ਆਜ਼ਾਦੀ ਦੀ ਲੜਾਈ ਦੇ ਵਿੱਚ ਇਹਨਾਂ ਨੇ ਹਰ ਆਮ ਲੋਕਾਂ ਨੂੰ ਸ਼ਾਮਿਲ ਕਰਨਾ ਸ਼ੁਰੂ ਕਰਤਾ ਸੀ। ਈਵਨ ਕਿ ਮਿਡਲ ਕਲਾਸ ਲੋਕਾਂ ਨੂੰ ਵੀ ਇਹਨਾਂ ਨੇ ਇਸ ਮੂਵਮੈਂਟ ਦੇ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਜੋ ਹਰ ਇੱਕ ਵਰਗ ਦਾ ਬੰਦਾ ਇੰਡੀਆ ਦੀ ਆਜ਼ਾਦੀ ਦੇ ਲਈ ਕੰਟਰੀਬਿਊਟ ਕਰ ਸਕੇ ਤੇ ਇਸ ਮੂਵਮੈਂਟ ਨੂੰ ਇੱਕ ਮਾਸ ਮੂਵਮੈਂਟ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਉਹ ਜਸਟ ਜਿਵੇਂ ਆਪਣੇ ਮੋਡਰੇਟ ਲੀਡਰ ਸਨ, ਉਹ ਕਨਸਟੀਟਿਊਸ਼ਨਲ ਮੈਥਡ ਦੇ ਅਕੋਰਡਿੰਗ ਆਜ਼ਾਦੀ ਚਾਹੁੰਦੇ ਸਨ। ਕਹਿੰਦੇ ਇਹਨਾਂ ਨੇ ਕਨਸਟੀਟਿਊਸ਼ਨਲ ਮੈਥਡ ਨੂੰ ਹੀ ਜਸਟ ਲਿਮਿਟ ਨਹੀਂ ਸੀ ਰੱਖਿਆ ਕਿ ਅਸੀਂ ਉਹਨਾਂ ਦੇ ਕਹੇ ਦੇ ਉੱਤੇ ਜਾਂ ਕਨਸਟੀਟਿਊਸ਼ਨਲ ਮੈਥਡ ਦੇ ਰਾਹੀਂ ਹੀ ਆਜ਼ਾਦੀ ਪ੍ਰਾਪਤ ਕਰਾਂਗੇ। ਕਹਿੰਦੇ ਉਹਨਾਂ ਨੇ ਕੀ ਕੀਤਾ, ਬਾਈਕਾਟ ਕਰਨੇ ਸ਼ੁਰੂ ਕੀਤੇ ਕਿ ਅਸੀਂ ਅੰਗਰੇਜ਼ਾਂ ਦੀਆਂ ਚੀਜ਼ਾਂ ਦੀ, ਉਹਨਾਂ ਦੀਆਂ ਜੋ ਉਹ ਸਾਡੇ ਨਾਲ ਕਰ ਰਹੇ ਨੇ, ਉਹਨਾਂ ਸਭ ਚੀਜ਼ਾਂ ਦਾ ਬਾਈਕਾਟ ਕਰਾਂਗੇ, ਸਟ੍ਰਾਈਕਸ ਵੀ ਕਰਾਂਗੇ। ਤੇ ਇਸ ਤੋਂ ਇਲਾਵਾ ਉਹਨਾਂ ਨੇ ਕੀ ਕੀਤਾ, ਸਵਦੇਸ਼ੀ ਮੂਵਮੈਂਟ ਨੂੰ ਅੱਗੇ ਲੈ ਕੇ ਗਏ। ਸੋ ਇਹ ਉਹਨਾਂ ਨੇ ਮੈਥਡਸ ਅਪਣਾਏ ਸਨ। ਇਸ ਤੋਂ ਇਲਾਵਾ ਕਹਿੰਦੇ ਦ ਸਵਦੇਸ਼ੀ ਮੂਵਮੈਂਟ ਗੈਦਰਡ ਮੋਮੈਂਟਮ ਇਨ ਇੰਡੀਆ ਬਿਕੋਜ਼ ਆਫ ਦ ਐਕਸਟ੍ਰੀਮਿਸਟ ਸਪੋਰਟ। ਕਹਿੰਦੇ ਹੁਣ ਕੀ ਹੋਣ ਲੱਗਿਆ ਸੀ, ਸਵਦੇਸ਼ੀ ਮੂਵਮੈਂਟ ਨੂੰ ਵੀ, ਸਵਦੇਸ਼ੀ ਦਾ ਮਤਲਬ ਕੀ ਹੈ, ਸਵਦੇਸ਼ੀ ਮੂਵਮੈਂਟ ਦਾ ਮਤਲਬ ਕੀ ਹੈ, ਬਾਹਰਲੀਆਂ ਚੀਜ਼ਾਂ ਦਾ ਬਾਈਕਾਟ ਕਰੋ, ਆਪਣੀਆਂ ਬਣਾਈਆਂ ਚੀਜ਼ਾਂ ਜਾਂ ਫਿਰ ਸਕੂਲਸ ਜਾਂ ਫਿਰ ਕੁਝ ਵੀ ਹੈ ਲਾਅ ਸਿਸਟਮ ਸਭ ਇੰਡੀਆ ਦਾ ਬਣਾਇਆ ਹੀ ਵਰਤਿਆ ਜਾਵੇ। ਇਸ ਤੋਂ ਇਲਾਵਾ ਕਹਿੰਦੇ ਦੇ ਟੁਕ ਪ੍ਰਾਈਡ ਇਨ ਇੰਡੀਆ ਕਲਚਰ ਐਂਡ ਹਿਸਟਰੀ, ਦੇ ਲੁਕਡ ਐਟ ਐਂਸ਼ੀਐਂਟ ਸਕ੍ਰਿਪਚਰਸ ਆਫ ਇੰਸਪੀਰੇਸ਼ਨ ਐਂਡ ਕਰੇਜ। ਕਹਿੰਦੇ ਉਹਨਾਂ ਨੇ ਇੰਡੀਆ ਦੇ ਅਤੀਤ 'ਚ, ਇੰਡੀਆ ਦੇ ਐਂਸ਼ੀਐਂਟ ਟਾਈਮ ਦੇ ਵਿੱਚ ਝਾਤੀ ਮਾਰ, ਲੋਕਾਂ ਦੀ ਝਾਤੀ ਮਰਵਾਈ ਕਿ ਤੁਸੀਂ ਦੇਖੋ ਕਿ ਸਾਡੇ ਜੋ ਪੂਰਵਜ ਹੋਏ ਨੇ ਉਹ ਕਿੰਨੇ ਜ਼ਿਆਦਾ ਹਿੰਮਤੀ ਤੇ ਕਿੰਨੇ ਜ਼ਿਆਦਾ ਪਾਵਰਫੁਲ ਹੋਏ ਨੇ, ਤੇ ਅਸੀਂ ਕਿਵੇਂ ਡੋਲ ਸਕਦੇ ਹਾਂ ਇਸ ਬ੍ਰਿਟਿਸ਼ ਸਰਕਾਰ ਦੇ ਅੱਗੇ। ਇਸ ਤੋਂ ਇਲਾਵਾ ਕਹਿੰਦੇ ਦੇ ਪੋਸਟ ਵੈਸਟਰਨਾਈਜੇਸ਼ਨ ਆਫ ਇੰਡੀਅਨ ਸੋਸਾਇਟੀ ਬਾਈ ਦਾ ਬ੍ਰਿਟਿਸ਼। ਦੇਖੋ ਬ੍ਰਿਟਿਸ਼ਰਸ ਕੀ ਕਹਿੰਦੇ ਸਨ, ਬ੍ਰਿਟਿਸ਼ਰਸ ਕਹਿੰਦੇ ਸਨ ਕਿ ਇੰਡੀਅਨਸ ਨੂੰ ਮਾਡਰਨ ਬਣਨ ਦੀ ਲੋੜ ਹੈ। ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਮਾਡਰਨ ਦਾ ਮਤਲਬ ਹੁੰਦਾ ਹੈ ਵੈਸਟਰਨ ਕਲਚਰ ਨੂੰ ਅਪਣਾਓ। ਬਟ ਐਕਸਟ੍ਰੀਮਿਸਟ ਲੀਡਰਸ ਨੇ ਕਿਹਾ ਸੀ ਇੰਡੀਅਨਸ ਨੂੰ ਕਿ ਇਸ ਵੈਸਟਰਨ ਕਲਚਰ ਨੂੰ ਤੁਸੀਂ ਤਿਆਗੋ। ਕਹਿੰਦੇ ਉਸੇ ਟਾਈਮ ਆਪਾਂ ਪੜ੍ਹ ਕੇ ਆਏ ਹਾਂ ਲਾਸਟ ਲੈਕਚਰ ਦੇ ਵਿੱਚ, ਮੈਂ ਕੁਝ ਐਕਸਟ੍ਰੀਮਿਸਟ ਲੀਡਰ ਬਾਰੇ ਪੜ੍ਹਾਇਆ ਸੀ, ਜਿਹਦੇ ਵਿੱਚ ਬਾਲ ਗੰਗਾਧਰ ਤਿਲਕ ਇੱਕ ਪ੍ਰੋਮੀਨੈਂਟ ਲੀਡਰ ਰਹੇ ਨੇ, ਐਕਸਟ੍ਰੀਮਿਸਟ ਲੀਡਰ ਰਹੇ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ। ਉਹਨਾਂ ਨੇ ਇੱਕ ਸਲੋਗਨ ਵੀ ਦਿੱਤਾ ਸੀ ਐਕਸਟ੍ਰੀਮਿਸਟ ਟਾਈਮ ਪੀਰੀਅਡ ਦੇ ਵਿੱਚ, ਉਹਨਾਂ ਨੇ ਇੱਕ ਸਲੋਗਨ ਦਿੱਤਾ ਸੀ। ਸਲੋਗਨ ਕੀ ਸੀ, ਸਵਰਾਜ ਇਜ਼ ਮਾਈ ਬਰਥ ਰਾਈਟ ਐਂਡ ਆਈ ਸ਼ੈਲ ਹੈਵ ਇਟ। ਉਹਨਾਂ ਨੇ ਕਿਹਾ ਕਿ ਸਵਰਾਜ ਸਾਡਾ ਜਨਮ ਸਿੱਧ ਅਧਿਕਾਰ ਹੈ ਤੇ ਅਸੀਂ ਲੈ ਕੇ ਹੀ ਹਟਾਂਗੇ। ਜਿਸ ਇਹਨਾਂ ਸਲੋਗਨਾਂ ਨੇ ਹੀ ਇੰਡੀਅਨਸ ਦੇ ਅੰਦਰ ਕੀ ਇੱਕ ਤਰੀਕੇ ਦੀ ਭਾਵਨਾ ਨੂੰ ਜਗਾਇਆ ਸੀ, ਰਾਸ਼ਟਰ ਦੀ ਭਾਵਨਾ ਨੂੰ ਜਾਂ ਸਵਰਾਜ ਆਜ਼ਾਦੀ ਲੈਣ ਦੀ ਭਾਵਨਾ ਨੂੰ ਭੜਕਾਇਆ ਸੀ ਇੰਡੀਅਨਸ ਦੇ ਅੰਦਰ। ਸੋ ਉਸੇ ਸਮੇਂ ਜਦੋਂ ਐਕਸਟ੍ਰੀਮਿਸਟ ਦਾ ਬਰਥ ਹੋਣਾ ਸਟਾਰਟ ਹੋਇਆ ਸੀ, ਜਿਵੇਂ ਜਿਵੇਂ ਐਕਸਟ੍ਰੀਮਿਸਟ ਦਾ ਹਲੇ ਬਰਥ ਹੋਣਾ ਹੀ ਸਟਾਰਟ ਹੋਇਆ ਸੀ, ਉਸੇ ਸਮੇਂ ਲਾਰਡ ਕਰਜ਼ਨ ਨੇ ਬਹੁਤ ਜ਼ਿਆਦਾ ਦਹਿਸ਼ਤ ਫੈਲਾ ਰੱਖੀ ਸੀ ਇੰਡੀਆ ਦੇ ਵਿੱਚ। ਠੀਕ ਹੈ, ਲਾਰਡ ਕਰਜ਼ਨ ਉਹੀ ਗਵਰਨਰ ਜਨਰਲ ਵਾਇਸਰੋਏ ਬ੍ਰਿਟਿਸ਼ਰਸ ਦਾ ਇੰਡੀਆ ਦੇ ਵਿੱਚ ਆਇਆ ਹੋਇਆ ਸੀ। ਉਹਨੇ ਜਿਵੇਂ ਆਰਮਡ ਐਕਟ ਪਾਸ ਕਰਤਾ, ਜਾਂ ਫਿਰ
ਯੂਨੀਵਰਸਿਟੀ ਐਕਟ ਪਾਸ ਕੀਤਾ ਸੀ 1901 ਦੇ ਵਿੱਚ, ਜੋ ਮੈਂ ਆਲਰੇਡੀ ਡਿਸਕਸ ਕਰ ਚੁੱਕੀ ਹਾਂ। ਉਹਦੇ ਵਿੱਚ ਇੱਕ ਇੰਪੋਰਟੈਂਟ ਐਕਟ ਪਾਸ ਕੀਤਾ ਸੀ ਕਿ ਉਹਨੇ ਬੰਗਾਲ ਨੂੰ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰਤਾ ਸੀ, ਪਾਰਟੀਸ਼ਨ ਕਰਤੀ ਸੀ ਬੰਗਾਲ ਦੀ। 1905 ਦੇ ਵਿੱਚ ਉਹਨੇ ਪਾਰਟੀਸ਼ਨ ਆਫ ਬੰਗਾਲ ਕਰਤੀ। ਐਕਚੁਅਲ ਦੇ ਵਿੱਚ ਜੋ ਪਾਰਟੀਸ਼ਨ ਆਫ ਬੰਗਾਲ ਕੀਤੀ ਸੀ ਲਾਰਡ ਕਰਜ਼ਨ ਨੇ, ਉਹ ਰੀਜ਼ਨ ਕੀ ਸੀ ਉਹਦਾ? ਉਹਦਾ ਮੇਨ ਮੰਤਵ ਸੀ, ਦੋ ਮੰਤਵ ਸੀ। ਇੱਕ ਤਾਂ ਉਸਨੇ ਇਸ ਪਾਰਟੀਸ਼ਨ ਆਫ ਬੰਗਾਲ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਉਸਨੇ ਹਿੰਦੂ ਤੇ ਮੁਸਲਿਮਸ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਸੀ। ਤੇ ਦੂਸਰੀ ਚੀਜ਼, ਉਸਨੂੰ ਪਤਾ ਸੀ ਕਿ ਜੋ ਐਕਸਟ੍ਰੀਮਿਸਟ ਦਾ ਹੱਬ ਹੈ, ਜੋ ਐਕਸਟ੍ਰੀਮਿਸਟ ਦੀਆਂ ਜੜ੍ਹਾਂ ਨੇ, ਉਹ ਕਿੱਥੇ ਨੇ? ਬੰਗਾਲ ਦੇ ਵਿੱਚ ਹੀ ਨੇ। ਸੋ ਉਹਨਾਂ ਜੜ੍ਹਾਂ ਨੂੰ ਪੁੱਟਣ ਦੇ ਲਈ ਜਾਂ ਹਿੰਦੂ ਤੇ ਮੁਸਲਿਮਸ ਨੂੰ ਅਲੱਗ ਕਰਨ ਦੇ ਲਈ ਉਹਨੇ ਬੰਗਾਲ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਸੀ। ਇਹ ਉਹਦਾ ਮੇਨ ਕਾਰਨ ਸੀ। ਬਟ ਉਹਨੇ ਲੋਕਾਂ ਨੂੰ ਕੀ ਕਾਰਨ ਦਿੱਤਾ ਸੀ ਕਿ ਮੈਂ ਬੰਗਾਲ ਨੂੰ ਦੋ ਹਿੱਸਿਆਂ ਦੇ ਵਿੱਚ ਇਸ ਕਰਕੇ ਵੰਡ ਰਿਹਾ ਕਿਉਂਕਿ ਬੰਗਾਲ ਬਹੁਤ ਵੱਡੀ ਪ੍ਰੋਵਿੰਸ ਹੈ, ਬਹੁਤ ਵੱਡੀ ਸਟੇਟ ਹੈ, ਜਿਸ ਦੀ ਐਡਮਿਨਿਸਟ੍ਰੇਸ਼ਨ ਸਾਂਭਣੀ ਮੇਰੇ ਕੋਲੋਂ ਪੋਸੀਬਲ ਨਹੀਂ ਹੈ। ਸੋ ਇਸ ਨੂੰ ਵੰਡ ਕੇ, ਇਸ ਨੂੰ ਡਿਵਾਈਡ ਕਰਕੇ, ਛੋਟਾ ਕਰਕੇ ਹੀ ਅਲੱਗ-ਅਲੱਗ ਖੇਤਰਾਂ ਦੇ ਵਿੱਚ ਇਹਦੀ ਪ੍ਰਬੰਧਕ ਢਾਂਚੇ ਨੂੰ ਸਾਂਭਿਆ ਜਾਵੇਗਾ। ਸੋ ਕਹਿੰਦੇ ਲਾਰਡ ਕਰਜ਼ਨ ਨੇ ਡਿਸਾਈਡ ਕੀਤਾ ਸੀ ਕਿ ਬੰਗਾਲ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਵੇ। ਇੱਕ ਸਮੋਲੈਸਟ ਬੰਗਾਲ ਪ੍ਰੋਵਿੰਸ ਬਣਾਈ ਜਾਵੇ ਤੇ ਦੂਸਰੀ ਈਸਟਰਨ ਬੰਗਾਲ ਪ੍ਰੋਵਿੰਸ ਬਣਾਈ ਜਾਵੇ। ਤੇ ਉਹਨੇ ਅਫੀਸ਼ੀਅਲ ਕਾਰਨ ਕੀ ਦੱਸੇ ਸੀ ਕਿ ਜੋ ਬੰਗਾਲ ਆ ਬਹੁਤ ਵੱਡੀ ਪ੍ਰੋਵਿੰਸ ਹੈ ਤੇ ਇਹਦੀ ਐਡਮਿਨਿਸਟ੍ਰੇਸ਼ਨ ਨੂੰ ਸਾਂਭਣਾ ਬਹੁਤ ਟਫ ਹੈ, ਜਿਸ ਕਰਕੇ ਇਸ ਨੂੰ ਤੋੜ ਕੇ ਇਹਦੀ ਐਡਮਿਨਿਸਟ੍ਰੇਸ਼ਨ ਨੂੰ ਸਾਂਭਿਆ ਜਾਏਗਾ। ਬਟ ਜਿਵੇਂ ਮੈਂ ਦੱਸ ਚੁੱਕੀ ਹਾਂ, ਉਹਦੇ ਰੀਅਲ ਕਾਰਨ ਕੀ ਸੀ? ਇੱਕ ਤਾਂ ਉਸਨੂੰ ਪਤਾ ਸੀ ਕਿ ਬੰਗਾਲ ਕੀ ਹੈ, ਐਕਸਟ੍ਰੀਮਿਸਟ ਲੀਡਰ ਦਾ ਇੱਕ ਨਰਵ ਸੈਂਟਰ ਹੈ, ਜਿੱਥੇ ਜੜ੍ਹਾਂ ਨੇ, ਜਿੱਥੋਂ ਸ਼ੁਰੂ ਹੋ ਰਹੇ ਨੇ ਐਕਸਟ੍ਰੀਮਿਸਟ ਉੱਠਣੇ। ਉਹ ਕੀ ਹੈ? ਬੰਗਾਲ। ਜੇ ਮੈਂ ਬੰਗਾਲ ਨੂੰ ਵੰਡ ਦਾਂਗਾ, ਉਹਦੇ ਨਾਲ ਕੀ ਹੋ ਜਾਏਗਾ? ਹਿੰਦੂ ਤੇ ਮੁਸਲਿਮ ਵੀ ਕੀ ਹੋ ਜਾਣਗੇ? ਅਲੱਗ ਹੋ ਜਾਣਗੇ ਤੇ ਐਕਸਟ੍ਰੀਮਿਸਟ ਦਾ ਵੀ ਜੋ ਇੱਕ ਰੌਲਾ ਰੱਪਾ ਉਹ ਵੀ ਖਤਮ ਹੋ ਜਾਏਗਾ। ਸੋ ਇਸ ਕਰਕੇ ਸੀ। ਸੋ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਚੀਜ਼ਾਂ ਨੇ ਕਿ ਪਾਰਟੀਸ਼ਨ ਆਫ ਜਿਹੜੀ ਬੰਗਾਲ ਹੈ, ਇਹ ਅਨਾਊਂਸ ਕਦੋਂ ਕੀਤੀ ਗਈ ਸੀ, ਮਤਲਬ ਕਿ ਪ੍ਰੋਕਲੇਮ ਕਦੋਂ ਕਰ ਦਿੱਤੀ ਗਈ ਸੀ, ਇਨਫੋਰਸ ਕਦੋਂ ਕੀਤੀ, ਸ਼ੁਰੂ ਕਦੋਂ ਕੀਤੀ ਗਈ ਸੀ? 16 ਅਗਸਤ 1905 ਨੂੰ ਇਹ ਸ਼ੁਰੂ ਕੀਤੀ ਗਈ ਸੀ। ਕਹਿੰਦੇ ਜਿੱਦਣ ਇਹ ਡਿਕਲੇਅਰ ਕੀਤੀ ਗਈ ਉਸ ਦਿਨ ਲੋਕਾਂ ਨੇ ਕੀ ਰੱਖੇ ਸਨ? ਵਰਤ ਰੱਖੇ ਸਨ। ਕਿਸੇ ਵੀ ਬੰਗਾਲ ਦੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਅੱਗ ਤੱਕ ਨਹੀਂ ਸੀ, ਚੁੱਲ੍ਹੇ ਤੱਕ ਨਹੀਂ ਸੀ ਜਲਾਏ ਤੇ ਇੱਕ ਦੂਜੇ ਨੂੰ, ਹਿੰਦੂ ਮੁਸਲਿਮਸ ਨੇ ਇੱਕ ਦੂਜੇ ਨੂੰ ਰੱਖੜੀਆਂ ਬੰਨੀਆਂ ਸਨ, ਪ੍ਰੋਸੈਸ਼ਨ ਹੋਏ ਸਨ, ਵੰਦੇ ਮਾਤਰਮ ਦੇ ਸੌਂਗ ਗਾਏ ਗਏ ਸਨ। ਇਹ ਲਾਈਨ ਤੋਂ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਨੇ ਕਿ ਰਾਖੀ ਜੋ ਦਿਵਸ ਸੀ ਉਹ ਕਦੋਂ ਮਨਾਇਆ ਗਿਆ ਸੀ? ਇਹ ਮੁਸਲਿਮ ਤੇ ਹਿੰਦੂ ਨੇ ਰੱਖੜੀਆਂ ਇੱਕ ਦੂਜੇ ਨੂੰ ਕਿਸ ਇਵੈਂਟ ਤੇ ਬੰਨੀਆਂ ਸੀ? ਜਦੋਂ ਬੰਗਾਲ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ। ਤੇ ਵੰਦੇ ਮਾਤਰਮ ਸੌਂਗ ਕਿਸ ਮੂਵਮੈਂਟ ਦੇ ਵਿੱਚ ਗਾਇਆ ਗਿਆ ਸੀ? ਇਸੇ ਪਾਰਟੀਸ਼ਨ ਆਫ ਬੰਗਾਲ ਦੇ ਵਿੱਚ ਗਾਇਆ ਗਿਆ ਸੀ। ਸੋ ਜਦੋਂ 1905 ਦੇ ਵਿੱਚ ਬੰਗਾਲ ਦੀ ਵੰਡ ਕੀਤੀ ਗਈ, ਉਦੋਂ ਹੀ ਕਿਹੜੀ ਮੂਵਮੈਂਟ ਸਟਾਰਟ ਹੋਈ? ਸਵਦੇਸ਼ੀ ਮੂਵਮੈਂਟ। ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਮਹਾਤਮਾ ਗਾਂਧੀ ਦੇ ਟਾਈਮ ਪੀਰੀਅਡ ਤੋਂ ਪਹਿਲਾਂ ਇੰਡੀਆ ਦੇ ਵਿੱਚ ਕਿਹੜੀ ਮੂਵਮੈਂਟ ਸਟਾਰਟ ਹੋਈ ਸੀ, ਜਾਂ ਫਿਰ ਕਿਹੜੀ ਮੂਵਮੈਂਟ ਹੈ ਜਿਹੜੀ ਮਹਾਤਮਾ ਗਾਂਧੀ ਦੇ ਟਾਈਮ ਪੀਰੀਅਡ ਦੇ ਉੱਤੇ ਸਟਾਰਟ ਨਹੀਂ ਹੋਈ? ਤਾਂ ਉਹ ਹੈ ਜੀ ਸਾਡੀ ਸਵਦੇਸ਼ੀ ਮੂਵਮੈਂਟ। ਠੀਕ ਹੈ, ਉਹ ਹੈ ਸਾਡੀ ਸਵਦੇਸ਼ੀ ਮੂਵਮੈਂਟ ਸੀ ਜਿਹੜੀ 1905 ਦੇ ਵਿੱਚ ਸਟਾਰਟ ਹੋਈ। ਸਵਦੇਸ਼ੀ ਮੂਵਮੈਂਟ ਦਾ ਮਤਲਬ ਬਾਈਕਾਟ ਕਰਤਾ ਸੀ ਬ੍ਰਿਟਿਸ਼ਰਸ ਦੇ ਕੱਪੜੇ ਦਾ, ਉਹਨਾਂ ਦੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਦਾ। ਇਸ ਤੋਂ ਇਲਾਵਾ ਕਹਿੰਦੇ ਜਿਹੜੀ ਸਵਦੇਸ਼ੀ ਮੂਵਮੈਂਟ ਹੈ ਉਹਦੀ ਅਫੀਸ਼ੀਅਲ ਫਾਰਮਲ ਪ੍ਰੋਕਲੇਮੇਸ਼ਨ ਕਦੋਂ ਕੀਤੀ ਗਈ ਸੀ? 7 ਅਗਸਤ 1905। ਇਹ ਵੀ ਚੀਜ਼ ਇੰਪੋਰਟੈਂਟ ਹੈ। ਇਸ ਤੋਂ ਇਲਾਵਾ ਕਹਿੰਦੇ ਐਕਸਟ੍ਰੀਮਿਸਟ ਲੀਡਰਸ ਨੇ ਅਲੱਗ-ਅਲੱਗ ਖੇਤਰਾਂ ਦੇ ਵਿੱਚ ਫੈਲ ਕੇ ਜਾਣਾ ਸ਼ੁਰੂ ਕੀਤਾ ਤੇ ਇਸ ਸਵਦੇਸ਼ੀ ਮੂਵਮੈਂਟ ਨੂੰ ਅਲੱਗ-ਅਲੱਗ ਰੀਜ਼ਨ ਦੇ ਵਿੱਚ ਇੰਡੀਆ ਦੇ ਵਿੱਚ ਫੈਲਾਉਣਾ ਸ਼ੁਰੂ ਕੀਤਾ। ਸੋ ਹੁਣ ਆਪਾਂ ਗੱਲ, ਇਹ ਤਾਂ ਸੀ ਜੀ ਪਾਰਟੀਸ਼ਨ ਆਫ ਬੰਗਾਲ, ਐਕਸਟ੍ਰੀਮਿਸਟ ਦੀਆਂ ਡਿਮਾਂਡਸ, ਆਬਜੈਕਟਿਵਸ, ਏਮ। ਹੁਣ ਆਪਾਂ ਗੱਲ ਕਰਾਂਗੇ ਕੁਝ ਇੰਪੋਰਟੈਂਟ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੈਸ਼ਨਸ ਦੀ, ਜੋ ਐਗਜ਼ਾਮ ਦੇ ਵਿੱਚ ਬਹੁਤ ਜ਼ਿਆਦਾ ਪੁੱਛੇ ਜਾਂਦੇ ਨੇ। ਸਭ ਤੋਂ ਪਹਿਲਾ ਇੰਪੋਰਟੈਂਟ ਸੈਸ਼ਨ ਹੈ ਇੰਡੀਅਨ ਨੈਸ਼ਨਲ ਕਾਂਗਰਸ ਦਾ 1905 ਵਾਲਾ ਸੈਸ਼ਨ। ਐਗਜ਼ਾਮ ਦੇ ਵਿੱਚ ਇੱਥੇ ਕੁਐਸਚਨ ਬਹੁਤ ਇੰਪੋਰਟੈਂਟ ਬਣਦੇ ਨੇ ਕਿ ਕਿੱਥੇ ਹੋਇਆ, ਕਿਸਨੇ ਇਸ ਨੂੰ ਪ੍ਰਸਾਈਡ ਕੀਤਾ ਤੇ ਇਹਦੇ ਵਿੱਚ ਕਿਹੜਾ ਰੈਜ਼ੋਲੂਸ਼ਨ ਲਿਆ ਗਿਆ। ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਕਿ 1905 ਵਾਲਾ ਸੈਸ਼ਨ ਬਨਾਰਸ ਦੇ ਵਿੱਚ ਹੋਇਆ ਸੀ। ਇਸ ਨੂੰ ਪ੍ਰਸਾਈਡ ਕੀਤਾ ਸੀ ਸਾਡੇ ਗੋਪਾਲ ਕ੍ਰਿਸ਼ਨ ਗੋਖਲੇ, ਵਾਜ਼ ਦਾ ਪੋਲੀਟੀਕਲ ਗੁਰੂ ਆਫ ਮਹਾਤਮਾ ਗਾਂਧੀ। ਸੋ ਗੋਪਾਲ ਕ੍ਰਿਸ਼ਨ ਗੋਖਲੇ ਜੀ ਨੇ ਇਸ ਸੈਸ਼ਨ ਨੂੰ ਪ੍ਰਸਾਈਡ ਕੀਤਾ ਸੀ।
ਤੇ ਇਸ ਦੇ ਵਿੱਚ ਸਵਦੇਸ਼ੀ ਮੂਵਮੈਂਟ ਦੀ ਪ੍ਰੋਕਲੇਮੇਸ਼ਨ ਕੀਤੀ ਗਈ ਸੀ ਕਿ ਹੁਣ ਅਸੀਂ ਸਵਦੇਸ਼ੀ ਮੂਵਮੈਂਟ ਸਟਾਰਟ ਕਰਦੇ ਹਾਂ। ਤੇ ਇਹਦੇ ਵਿੱਚ ਇੱਕ ਬਾਈਕਾਟ ਫੋਰਨ ਦੇ ਗੁੱਡਸ ਦਾ, ਉਹਨਾਂ ਦੇ ਐਜੂਕੇਸ਼ਨ ਦਾ ਬਾਈਕਾਟ ਕਰਨ ਦਾ ਰੈਜ਼ੋਲੂਸ਼ਨ ਵੀ 1905 ਦੇ ਵਿੱਚ ਹੀ ਪਾਸ ਕੀਤਾ ਗਿਆ ਸੀ। ਨੈਕਸਟ ਹੈ ਜੀ 1906 ਵਾਲਾ 1906 ਵਾਲਾ ਸੈਸ਼ਨ। ਇਹ ਕਿੱਥੇ ਹੋਇਆ ਸੀ? ਇਹ ਕਲਕੱਤਾ ਦੇ ਵਿੱਚ ਹੋਇਆ ਸੀ। ਕਿਸਨੇ ਪ੍ਰਸਾਈਡ ਕੀਤਾ ਸੀ ਇਸਨੂੰ ਕੀਤਾ ਸੀ ਦਾਦਾ ਭਾਈ ਨੌਰੋਜੀ ਨੇ। ਦਾਦਾ ਭਾਈ ਨੌਰੋਜੀ ਨੇ ਇਸ ਸੈਸ਼ਨ ਨੂੰ ਪ੍ਰਸਾਈਡ ਕੀਤਾ ਸੀ ਤੇ ਇਹਦੇ ਵਿੱਚ ਕੁਝ ਰੈਜ਼ੋਲੂਸ਼ਨ ਪਾਸ ਕੀਤੇ ਗਏ ਸੀ। ਪਹਿਲਾ ਸੀ ਸਵਰਾਜ, ਕਿ ਸਾਨੂੰ ਸੈਲਫ ਇੰਡੀਪੈਂਡੈਂਸ ਚਾਹੀਦੀ ਹੈ, ਬਾਈਕਾਟ ਮੂਵਮੈਂਟ, ਸਵਦੇਸ਼ੀ ਮੂਵਮੈਂਟ ਤੇ ਨੈਸ਼ਨਲ ਐਜੂਕੇਸ਼ਨ। ਸੋ ਇਹ 4 ਰੈਜ਼ੋਲੂਸ਼ਨ ਸੀ ਜਿਹੜੇ 1906 ਵਾਲੇ ਸੈਸ਼ਨ ਦੇ ਵਿੱਚ ਪਾਸ ਕੀਤੇ ਗਏ ਸੀ। ਨੈਕਸਟ ਆ ਜਾਂਦਾ ਜੀ ਸਾਡਾ ਸੂਰਤ ਸਪਲਿਟ ਸੈਸ਼ਨ। ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਐਗਜ਼ਾਮ ਪੁਆਇੰਟ ਆਫ ਵਿਊ ਨਾਲ। ਸੂਰਤ ਸਪਲਿਟ ਸੈਸ਼ਨ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਿ ਸੂਰਤ ਸਪਲਿਟ ਸੈਸ਼ਨ, ਦੇਖੋ ਸੂਰਤ ਸੈਸ਼ਨ ਤਾਂ ਮੰਨ ਲਿਆ, ਬਟ ਇਸਨੂੰ ਸੂਰਤ ਸਪਲਿਟ ਸੈਸ਼ਨ ਕਿਉਂ ਕਿਹਾ ਜਾਂਦਾ ਹੈ, ਇਹਦੇ ਪਿੱਛੇ ਵੀ ਇੱਕ ਰੀਜ਼ਨ ਹੈ, ਉਹ ਵੀ ਆਪਾਂ ਪੜਾਂਗੇ। ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਿ ਸੂਰਤ ਸਪਲਿਟ ਸੈਸ਼ਨ ਕਿਹੜੇ ਸਾਲ ਦੇ ਵਿੱਚ ਹੋਇਆ ਸੀ? 1907 ਦੇ ਵਿੱਚ ਹੋਇਆ ਸੀ। ਠੀਕ ਹੈ, ਸੋ 1907 ਦੇ ਵਿੱਚ ਜਦੋਂ ਸੈਸ਼ਨ ਪਾਸ ਕੀਤਾ ਗਿਆ, ਇਹ ਸੈਸ਼ਨ ਕੰਡਕਟ ਕੀਤਾ ਗਿਆ ਸੂਰਤ ਦੇ ਵਿੱਚ। ਸੋ ਇਸ ਹੁਣ ਸੂਰਤ ਦੇ ਸੈਸ਼ਨ ਪਿੱਛੇ ਮੋਡਰੇਟ ਲੀਡਰਸ ਤੇ ਐਕਸਟ੍ਰੀਮਿਸਟ ਲੀਡਰ ਦੇ ਵਿੱਚ ਇੱਕ ਬਹਿਸ ਬਸਾਈ ਸੀ। ਹੁਣ ਬਹਿਸ ਬਸਾਈ ਕੀ ਸੀ? ਦੇਖੋ ਜਿਹੜੇ ਤਾਂ ਮੋਡਰੇਟ ਲੀਡਰ ਸਨ ਇੰਡੀਅਨ ਨੈਸ਼ਨਲ ਕਾਂਗਰਸ ਦੇ, ਉਹ ਤਾਂ ਬ੍ਰਿਟਿਸ਼ ਸਰਕਾਰ ਨੂੰ ਚੰਗਾ ਸਮਝਦੇ ਸਨ, ਉਹਨਾਂ ਦੀ ਜਸਟਿਸ ਦੇ ਵਿੱਚ ਯਕੀਨ ਰੱਖਦੇ ਸਨ ਕਿ ਜੋ ਸਾਡੇ ਲਈ ਕਰਦੇ ਨੇ ਚੰਗਾ ਕਰਦੇ ਨੇ। ਬਟ ਐਕਸਟ੍ਰੀਮਿਸਟ ਲੀਡਰ ਪੂਰੇ ਤਰੀਕੇ ਦੇ ਨਾਲ ਬ੍ਰਿਟਿਸ਼ ਸਰਕਾਰ ਦੇ ਖਿਲਾਫ ਸਨ। ਤਾਂ ਬ੍ਰਿਟਿਸ਼ ਇਸ ਕਰਕੇ ਥੋੜੇ ਮੋਡਰੇਟ ਲੀਡਰਸ ਤੇ ਐਕਸਟ੍ਰੀਮਿਸਟ ਲੀਡਰ ਦੇ ਵਿੱਚ ਮਤਭੇਦ ਰਹਿੰਦੇ ਸਨ। ਹੁਣ ਇਹ ਜੋ ਸੂਰਤ ਵਾਲਾ ਸੈਸ਼ਨ ਹੋਣਾ ਸੀ 1907 ਦੇ ਵਿੱਚ ਹੋਣਾ ਸੀ। ਹੁਣ ਮੋਡਰੇਟ ਚਾਹੁੰਦੇ ਸਨ ਕਿ ਦੇਖੋ ਹੁੰਦਾ ਕੀ ਸੀ ਕਿ ਜਿਸ ਵੀ ਏਰੀਏ ਦੇ ਵਿੱਚ ਸੈਸ਼ਨ ਕੰਡਕਟ ਕਰਵਾਇਆ ਜਾਂਦਾ ਸੀ, ਉਸ ਏਰੀਏ ਦਾ ਜਾਂ ਉਸ ਸਟੇਟ ਦਾ ਬੰਦਾ ਉਸ ਸੈਸ਼ਨ ਨੂੰ ਪ੍ਰਸਾਈਡ ਨਹੀਂ ਸੀ ਕਰ ਪਾਉਂਦਾ, ਪ੍ਰੈਸੀਡੈਂਟ ਨਹੀਂ ਸੀ ਬਣ ਚਾਹੁੰਦਾ। ਜਿਸ ਕਰਕੇ ਮੋਡਰੇਟ ਲੀਡਰ ਚਾਹੁੰਦੇ ਸਨ ਕਿ ਕਿਸੇ ਐਸੀ ਜਗ੍ਹਾ ਦੇ ਉੱਤੇ ਸੈਸ਼ਨ ਕੰਡਕਟ ਕਰਵਾਇਆ ਜਾਵੇ ਜਿੱਥੇ ਪੋਸੀਬਿਲਿਟੀ ਇਹ ਹੋਵੇ ਕਿ ਮੋਡਰੇਟ ਲੀਡਰ ਨੂੰ ਹੀ ਕੀ ਬਣਾਇਆ ਜਾਵੇ, ਆਪਣਾ ਪ੍ਰੈਸੀਡੈਂਟ ਬਣਾਇਆ ਜਾਵੇ। ਜਿਸ ਕਰਕੇ ਉਹਨਾਂ ਨੇ ਆਪਣੀ ਥੋੜੀ ਕਹਿੰਦੇ ਨਹੀਂ ਹੁੰਦੇ ਕਿ ਸਿਫਾਰਿਸ਼ ਨਾਲ ਸੂਰਤ ਦੇ ਵਿੱਚ ਇਹ ਸੈਸ਼ਨ ਲਗਵਾਇਆ 1907 ਵਾਲਾ, ਤਾਂ ਜੋ ਬਾਲ ਗੰਗਾਧਰ ਤਿਲਕ ਕੀ ਨੇ ਸੈਸ਼ਨ ਨੂੰ ਪ੍ਰਸਾਈਡ ਨਾ ਕਰ ਸਕਣ। ਹੁਣ ਮੋਡਰੇਟ ਚਾਹੁੰਦੇ ਸਨ ਕਿ ਇਸ ਸੈਸ਼ਨ ਨੂੰ ਰਾਸ਼ ਬਿਹਾਰੀ ਘੋਸ਼ ਪ੍ਰਸਾਈਡ ਕਰੇ, ਤੇ ਆਪਣਾ ਔਨ ਦਾ ਅਦਰ ਹੈਂਡ ਜਿਹੜੇ ਆਪਣੇ ਚਾਹੁੰਦੇ ਸਨ ਐਕਸਟ੍ਰੀਮਿਸਟ ਲੀਡਰ ਚਾਹੁੰਦੇ ਸਨ ਕਿ ਲਾਲਾ ਲਾਜਪਤ ਰਾਏ ਜੀ ਇਸ ਸੈਸ਼ਨ ਨੂੰ ਪ੍ਰਸਾਈਡ ਕਰਨ। ਹੁੰਦਾ ਕਿ ਇਹ ਸੈਸ਼ਨ ਕਹਿੰਦੇ ਦਾ ਡਿਫਰੈਂਸ ਬਿਟਵੀਨ ਦਾ ਮੋਡਰੇਟਸ ਐਂਡ ਐਕਸਟ੍ਰੀਮਿਸਟ ਬਿਕਮ ਅਫੀਸ਼ੀਅਲ ਇਨ ਸੂਰਤ ਸੈਸ਼ਨ ਆਫ ਇੰਡੀਅਨ ਨੈਸ਼ਨਲ ਕਾਂਗਰਸ। 1907 ਦੇ ਵਿੱਚ ਇਹ ਸੈਸ਼ਨ ਕਰਵਾਇਆ ਗਿਆ, ਜਿੱਥੇ ਆਪਣੇ ਐਕਸਟ੍ਰੀਮਿਸਟ ਨੇ ਕਿਹਾ ਕਿ ਲਾਲਾ ਲਾਜਪਤ ਰਾਏ ਜੀ ਇਸ ਸੈਸ਼ਨ ਨੂੰ ਪ੍ਰਸਾਈਡ ਕਰਨ, ਬਟ ਔਨ ਦਾ ਅਦਰ ਹੈਂਡ ਜਿਹੜੇ ਸਾਡੇ ਮੋਡਰੇਟ ਸਨ ਉਹ ਚਾਹੁੰਦੇ ਸਨ ਕਿ ਰਾਸ਼ ਬਿਹਾਰੀ ਘੋਸ਼ ਜੀ ਇਸ ਸੈਸ਼ਨ ਨੂੰ ਪ੍ਰਸਾਈਡ ਕਰਨ। ਬਟ ਦ ਮੋਡਰੇਟਸ ਵਾਂਟਡ ਰਾਸ਼ ਬਿਹਾਰੀ ਘੋਸ਼। ਸੋ ਪਤਾ ਹੋਣਾ ਚਾਹੀਦਾ ਹੈ ਜੋ ਰਾਸ਼ ਬਿਹਾਰੀ ਇੱਕ ਬੋਸ ਆਉਂਦਾ ਹੈ ਤੇ ਇੱਕ ਰਾਸ਼ ਬਿਹਾਰੀ ਘੋਸ਼ ਆਉਂਦਾ ਹੈ। ਰਾਸ਼ ਬਿਹਾਰੀ ਘੋਸ਼ was that person who presided over the Surat split session and ਇਹ ਇੱਕ ਸੀ ਮੋਡਰੇਟ ਲੀਡਰ ਸੀ। ਬਟ ਔਨ ਦਾ ਅਦਰ ਹੈਂਡ ਜੋ ਸਾਡਾ ਰਾਸ਼ ਬਿਹਾਰੀ ਬੋਸ ਹੈ ਉਹਦੇ ਬਾਰੇ ਅੱਗੇ ਪੜਾਂਗੇ, ਉਹ ਸੀ ਸਾਡਾ ਇੱਕ revolutionary leader। ਸੋ ਕਹਿੰਦੇ ਐਜ਼ ਅ ਪ੍ਰੈਜ਼ੀਡੈਂਟ देयर वाज अ रूल दैट ਸੈਸ਼ਨ, ਜੋ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਉਸ ਜਗ੍ਹਾ ਦਾ ਬੰਦਾ ਉਸਨੂੰ ਪ੍ਰਸਾਈਡ ਨਹੀਂ ਸੀ ਕਰ ਪਾਉਂਦਾ। ਇਸ ਤੋਂ ਇਲਾਵਾ ਕਹਿੰਦੇ ਤਾਂ ਮੋਡਰੇਟ ਆਲਸੋ ਵਾਂਟਡ ਟੂ ਡ੍ਰੌਪ ਦ ਰੈਜ਼ੋਲੂਸ਼ਨ ਸਵਦੇਸ਼ੀ ਬਾਈਕਾਟ ਮੂਵਮੈਂਟਸ ਐਂਡ ਨੈਸ਼ਨਲ ਐਜੂਕੇਸ਼ਨ। ਕਹਿੰਦੇ ਮੋਡਰੇਟ ਚਾਹੁੰਦੇ ਸਨ ਕਿ ਜੇ ਅਸੀਂ ਪ੍ਰਸਾਈਡ ਕਰਾਂਗੇ ਨਾ ਇਸ ਸੈਸ਼ਨ ਦੇ ਉੱਤੇ ਤਾਂ ਅਸੀਂ ਜਿਹੜੇ ਰੈਜ਼ੋਲੂਸ਼ਨ ਪਾਸ ਕੀਤੇ ਸਨ ਨਾ ਉਹਨਾਂ ਨੂੰ ਡ੍ਰੌਪ ਕਰ ਲਾਂਗੇ, ਕਿ ਜਿਹੜੇ ਪਿਛਲੇ ਸੈਸ਼ਨ ਦੇ ਵਿੱਚ 1906 ਵਾਲੇ ਸੈਸ਼ਨ ਦੇ ਵਿੱਚ ਜਿਹੜੇ ਉਹ ਰੈਜ਼ੋਲੂਸ਼ਨ ਪਾਸ ਕੀਤੇ ਗਏ ਸੀ ਉਹਨਾਂ ਨੂੰ ਵਾਪਸ ਲੈ ਲਾਂਗੇ। ਬਟ ਐਕਸਟ੍ਰੀਮਿਸਟ ਚਾਹੁੰਦੇ ਸਨ ਕਿ ਉਹ ਰੈਜ਼ੋਲੂਸ਼ਨ ਨੂੰ ਵਾਪਸ ਨਾ ਲਿਆ ਜਾਵੇ, ਦੈਟਸ ਵਾਈ ਉਹ ਚਾਹੁੰਦੇ ਸਨ ਕਿ ਅਸੀਂ ਪ੍ਰਸਾਈਡ ਕਰੀਏ। ਪਰ ਹੁੰਦਾ ਕੀ ਹੈ, ਇਹ ਤਾਂ ਬਹਿਸ ਬਸਾਈ ਕਰਦੇ ਰਹਿ ਜਾਂਦੇ ਨੇ। ਉਹਨੇ ਨੂੰ ਜੋ ਆਪਣੀ ਬ੍ਰਿਟਿਸ਼ ਸਰਕਾਰ ਹੈ
ਜਦੋਂ ਇਹ ਸੈਸ਼ਨ ਚੱਲ ਰਿਹਾ ਸੀ ਸੂਰਤ ਦੇ ਵਿੱਚ, ਉਦੋਂ ਉਹਨਾਂ ਦੀ ਪੁਲਿਸ ਆ ਜਾਂਦੀ ਹੈ, ਛਾਪਾ ਮਾਰਦੀ ਹੈ ਤੇ ਉਹ ਕੀ ਕਰਦੀ ਹੈ, ਜਿਹੜੇ ਐਕਸਟ੍ਰੀਮਿਸਟ ਲੀਡਰ ਸਨ ਉਹਨਾਂ ਸਭ ਨੂੰ ਅਰੈਸਟ ਕਰਕੇ ਲੈ ਜਾਂਦੀ ਹੈ। ਸਭ ਨੂੰ ਅਰੈਸਟ ਕਰਕੇ ਲੈ ਜਾਂਦੀ ਹੈ, ਪਿੱਛੇ ਵੱਜ ਜਾਂਦੇ ਨੇ ਮੋਡਰੇਟ ਲੀਡਰਸ। ਤਾਂ ਮੋਡਰੇਟ ਲੀਡਰ ਦੇ ਵਿੱਚ ਆਟੋਮੈਟਿਕਲੀ ਰਾਸ਼ ਬਿਹਾਰੀ ਬੋਸ ਨੂੰ ਇਸ ਦਾ ਕੀ ਬਣਾ ਦਿੱਤਾ ਜਾਂਦਾ ਹੈ, ਪ੍ਰੈਜ਼ੀਡੈਂਟ ਬਣਾ ਦਿੱਤਾ ਜਾਂਦਾ ਹੈ। both sides were firm on their demands and neither was willing to find a common path। ਕਹਿੰਦੇ ਦੋਨੋਂ ਇਸ ਸੈਸ਼ਨ ਦੇ ਵਿੱਚ ਬਹਿਸ ਬਸਾਈ ਹੁੰਦੀ ਹੈ ਦੋਨਾਂ ਦਲਾਂ ਦੇ ਵਿੱਚ, ਪਰ ਕੋਈ ਵੀ ਕਾਮਨ ਡਿਸੀਜਨ ਨਹੀਂ ਲਿਆ ਜਾਂਦਾ। ਠੀਕ ਹੈ ਜੀ। ਸੋ ਇੱਥੇ ਹੁੰਦਾ ਕਿ ਬ੍ਰਿਟਿਸ਼ ਅੰਪਾਇਰ, ਬ੍ਰਿਟਿਸ਼ ਸਰਕਾਰ ਇਹਨਾਂ ਉੱਤੇ ਛਾਪਾ ਮਾਰਦੀ ਹੈ ਤੇ ਸਾਰੇ ਐਕਸਟ੍ਰੀਮਿਸਟ ਲੀਡਰ ਨੂੰ ਅਰੈਸਟ ਕਰਕੇ ਲੈ ਜਾਂਦੀ ਹੈ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੰਦੀ ਹੈ ਤੇ ਮੋਡਰੇਟ ਲੀਡਰਸ ਨੂੰ ਥੋੜਾ ਮੋਟਾ ਲਾਲਚ ਦੇ ਕੇ ਆਪਣੇ ਪਿੱਛੇ ਲਗਾ ਲੈਂਦੀ ਹੈ। ਇੱਥੇ ਦੁਬਾਰਾ ਤੋਂ ਇੱਕ ਤਾਂ ਉਹਨਾਂ ਨੇ 1905 ਦੇ ਵਿੱਚ ਇਹ ਪਾਲਿਸੀ ਖੇਡੀ ਸੀ, ਠੀਕ ਹੈ, ਹਿੰਦੂ ਮੁਸਲਿਮਸ ਨੂੰ ਅਲੱਗ ਕਰਨ ਦੀ। ਹੁਣ ਇੱਥੇ ਵੀ ਇਹਨਾਂ ਨੇ ਕੀ ਕੀਤਾ, ਗਵਰਨਮੈਂਟ ਰਿਐਕਸ਼ਨ ਕੀ ਰਿਹਾ ਇਸ ਸੈਸ਼ਨ ਦੇ ਵਿੱਚ, ਕਿ ਉਹਨਾਂ ਨੇ ਡਿਵਾਈਡ ਐਂਡ ਰੂਲ ਪਾਲਿਸੀ ਕਰਨ ਦੀ ਕੋਸ਼ਿਸ਼ ਕੀਤੀ ਤੇ ਕੈਰਟ ਐਂਡ ਸਟਿਕ ਪਾਲਿਸੀ ਨੂੰ ਯੂਜ਼ ਕੀਤਾ, ਜਿਹਨੂੰ ਆਪਾਂ ਫਰਦਰ ਪੜਾਂਗੇ ਕਿ ਡਿਵਾਈਡ ਐਂਡ ਰੂਲ ਪਾਲਿਸੀ ਕੀ ਹੁੰਦੀ ਹੈ ਤੇ ਕੈਰਟ ਐਂਡ ਸਟਿਕ ਪਾਲਿਸੀ ਕੀ ਹੁੰਦੀ ਹੈ। ਕਹਿੰਦੇ ਤਿਲਕ ਵਾਜ਼ sentenced served in prison Mandela and writing support to revolutionaries who were involved in the killing of British women। ਕਹਿੰਦੇ ਤਿਲਕ ਨੂੰ ਵੀ ਇਸੇ ਸੈਸ਼ਨ ਦੇ ਵਿੱਚ ਬਾਲ ਗੰਗਾਧਰ ਤਿਲਕ ਨੂੰ ਅਰੈਸਟ ਕੀਤਾ ਗਿਆ ਸੀ ਤੇ ਉਹਨੂੰ ਮੰਡੇਲਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ। ਕਹਿੰਦੇ ਇਨਡਾਇਰੈਕਟਲੀ ਇੱਥੇ ਗਵਰਨਮੈਂਟ ਨੇ ਆਪਣੇ ਇੱਕ ਦਾਅ ਪੇਚ ਖੇਡੇ ਸੀ, ਕੀ ਕਰਨ ਦੇ, ਕਿ ਇੰਡੀਅਨਸ ਡਿਵਾਈਡ ਐਂਡ ਰੂਲ ਪਾਲਿਸੀ ਖੇਡੀ ਸੀ। ਡਿਵਾਈਡ ਐਂਡ ਰੂਲ ਪਾਲਿਸੀ ਕਿਵੇਂ, ਹਿੰਦੂ ਤੇ ਮੁਸਲਿਮਸ ਨੂੰ ਅਲੱਗ ਕੀਤਾ 1905 ਦੇ ਵਿੱਚ, ਤੇ ਸੈਕਿੰਡ ਮੋਡਰੇਟਸ ਤੇ ਐਕਸਟ੍ਰੀਮਿਸਟ ਨੂੰ ਅਲੱਗ ਕੀਤਾ 1907 ਦੇ ਵਿੱਚ। ਇਸ ਤਰੀਕੇ ਨਾਲ ਜੋ ਇਹ ਇਹਨਾਂ ਨੇ ਸੂਰਤ ਸਪਲਿਟ ਸੈਸ਼ਨ ਕੀਤਾ, ਕਿਉਂਕਿ ਇਹਨਾਂ ਨੇ ਜਦੋਂ ਸੂਰਤ ਸੈਸ਼ਨ ਦੇ ਉੱਤੇ ਛਾਪਾ ਮਾਰਿਆ ਤਾਂ ਸਿਰਫ ਐਕਸਟ੍ਰੀਮਿਸਟ ਨੂੰ ਅਰੈਸਟ ਕੀਤਾ, ਮੋਡਰੇਟਸ ਨੂੰ ਕਿਉਂ ਨਹੀਂ ਅਰੈਸਟ ਕੀਤਾ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਮੋਡਰੇਟਸ ਵੈਸੇ ਵੀ ਭੋਲੇ ਭਾਲੇ ਨੇ, ਇਹਨਾਂ ਨੇ ਸਾਡੇ ਪਿੱਛੇ ਵੈਸੇ ਹੀ ਲੱਗੇ ਹੋਏ ਨੇ, ਸਾਡੇ ਤੇ ਟਰਸਟ ਕਰਦੇ ਨੇ, ਸੋ ਇਹਨਾਂ ਨੂੰ ਅਰੈਸਟ ਨਾ ਕਰੋ, ਆਪਾਂ ਐਕਸਟ੍ਰੀਮਿਸਟ ਨੂੰ ਅਰੈਸਟ ਕਰਦੇ, ਮੋਡਰੇਟਸ ਨੂੰ ਛੱਡਦੇ ਨੇ, ਜਿਹਦੇ ਕਰਕੇ ਇਹਨਾਂ ਦੇ ਵਿੱਚ ਪਾੜ ਪਏਗੀ। ਕੈਰਟ ਤੇ ਸਟਿਕ ਪਾਲਿਸੀ ਨੂੰ ਵੀ ਆਪਾਂ ਕੱਲ੍ਹ ਦੇ ਲੈਕਚਰ 'ਚ ਡਿਸਕਸ ਕਰਾਂਗੇ ਕਿ ਡਿਵਾਈਡ ਐਂਡ ਰੂਲ ਪਾਲਿਸੀ ਤੇ ਜਿਹੜੀ ਇਹਨਾਂ ਨੇ ਕੈਰਟ ਐਂਡ ਸਟਿਕ ਪਾਲਿਸੀ ਯੂਜ਼ ਕੀਤੀ ਸੀ ਹੁੰਦੀ ਕੀ ਹੈ। ਠੀਕ ਹੈ, ਹੋਪਫੁਲੀ ਤੁਹਾਨੂੰ ਲੈਕਚਰ ਬਹੁਤ ਅੱਛੇ ਤਰੀਕੇ ਦੇ ਨਾਲ ਸਮਝ ਆਇਆ ਹੋਏਗਾ, ਪਸੰਦ ਆਇਆ ਹੋਏਗਾ। ਥੈਂਕ ਯੂ ਸੋ ਮਚ, ਮਿਲਦੇ ਹਾਂ ਨੈਕਸਟ ਲੈਕਚਰ।